ਅਸੀਂ ਬਿੱਲਾਂ ਨੂੰ ਪਾੜ ਦਿੰਦੇ ਆ, ਸਾੜ ਦਿੰਦੇ ਆ। ਅਸੀਂ ਇਹ ਨਜਾਇਜ਼ ਬਿੱਲਾਂ ਨੂੰ ਅਸੀਂ एहतजाज करने और आला काम अगे अपील करने ना बिलों के टैक्सा वापस लिता जाए। इनकी हुकूमत बड़ी है, ये बिल बने हैं, हम नहीं पे करेंगे, हम नहीं पे करेंगे। डंडे मार मार भजाने हुकूमत का जो बंदा मीटर भी नहीं लाउन देने, ਅਸੀਂ ਉਹਨਾਂ ਨੂੰ ਮਾਫੀ ਨਹੀਂ ਦੇਣੀ ਹੈਗੀ। ਕਿਉਂ? ਅਸੀਂ 8000 ਤਾਰ ਹੀ ਨਹੀਂ ਸਕਦੇ ਹੈ। ਛੋਟੇ ਛੋਟੇ ਬੱਚਿਆਂ ਨੂੰ ਰੋਟੀ ਦਈਏ ਕਿ ਕਿਨਾਨੀਆਂ ਦਾ ਭਰਾਵਾ ਬਿੱਲ ਤਾਰੀਏ। ਅੱਛਾ ਜੀ, ਤੁਹਾਨੂੰ ਕਿੰਨਾ ਬਿੱਲ ਹੈ? ਇਹਨਾਂ ਵੇਖੋ 10000 ਰੁਪਏ ਦੇ ਲਾਗੇ ਬਿੱਲ ਆ ਗਿਆ। ਬੰਦੇ ਅੱਡੇ ਤੇ ਕੰਮ ਕਰਦੇ ਨੇ, ਰੋਟੀ ਪੂਰੀ ਨਹੀਂ ਹੁੰਦੀ, ਬੱਚੇ ਸਕੂਲਾਂ 'ਚ ਪੜ੍ਹਦੇ ਨੇ। ਅਸੀਂ ਹੁਣ ਇਹ ਬਿੱਲ ਤਾਰਾਂਗੇ ਜਾਂ ਬੱਚਿਆਂ ਨੂੰ ਖਾਣ ਲਈ ਦਾਂਗੇ। ਇਹ ਹੁਣ ਤੁਸੀਂ ਅਗਰ ਬਿੱਲ ਨਾ ਤਾਰਿਆ ਤੇ ਫਿਰ ਤੁਹਾਡਾ ਸਿਸਟਮ ਕਿਵੇਂ ਚੱਲੇਗਾ? ਉੱਥੇ ਮੀਟਰ ਲਾ ਕੇ ਲੈ ਕਰਾਂਗੇ ਜਾਂ ਬਿੱਲ ਤਾਰਾਂਗੇ ਜਾਂ ਬੱਚਿਆਂ ਨੂੰ ਭੁੱਖਿਆਂ ਰੱਖਾਂਗੇ। ਜੇ ਮੀਟਰ ਤੁਹਾਡਾ ਲੈ ਗਿਆ ਫਿਰ ਕੋਈ ਗੱਲ नहीं, ਲੈ ਜਾਏਗਾ। ਫਿਰ ਜਿਹੜਾ ਕੋਈ ਆਏਗਾ ਉਧਰ ਨੂੰ ਫਿਰ ਉਹਨੂੰ ਤੇ ਇੱਕ ਵਾਰੀ ਸਿੱਧਿਆ ਕਰਾਂਗੇ, ਬਾਕੀ ਮਸਲਾ ਬਾਅਦ ਦਾ है। खवातीन का भी यही कहना है जी, ये डंडे सोटे इन्होंने पकड़े हुए हैं और इनका ये कहना है कि जो मीटर तारने आएगा हम उसके साथ जंग करेंगे। तो ਤੁਹਾਡਾ ਕਿੰਨਾ ਆਇਆ ਜੀ ਬਿੱਲ? ਸਾਡਾ ਦੇਖ ਲਓ 8000 ਤੋਂ ਵੀ ਉੱਤੇ ਬਿੱਲ ਆਇਆ ਭਾਜੀ। ਬੱਚਿਆਂ ਦੀ ਰੋਟੀ ਪੂਰੀ ਕਰੀਏ ਕਿ ਬਿੱਲ ਤਾਰੀਏ? ਮੇਰਾ ਬੰਦਾ ਫੇਰ ਹੀ ਖਾਦਾ, ਮਿਹਨਤ ਮਜ਼ਦੂਰੀ ਕਰਦੇ ਆ, ਰੋਟੀ ਪਾਣੀ ਦਾ करिए, बच्चे स्कूल पढ़ाइए के बिल तारिए। बिजली बिलों में बेतहाशा इजाफे के खिलाफ लारी अड्डा मानावाला पर मानावाला के लोग एहतजाज कर रहे हैं और इनका ये एहतजाज 2 घंटे से जारी है। तो हम इनसे बात करते हैं कि ये क्या चाहते हैं। हाँ जी, की चाहते हो? ਸਾਡਾ ਜਿਹੜਾ ਨਜਾਇਜ਼ ਬਿੱਲ ਲਾਏ ਗਏ ਨੇ ਜੀ, ਮਜ਼ਦੂਰ ਬੰਦਾ ਕੀ ਕਰੇ? ਜਿਹੜਾ 10-10 15-15 ਹਜ਼ਾਰ ਰੁਪਈਆ ਬਿੱਲ ਏ, 20,000 ਕਮਾਉਣ ਵਾਲਾ ਬੰਦਾ ਮੈਨੂੰ ਦੱਸੋ 15,000 ਬਿੱਲ ਕਿੱਥੋਂ ਅਦਾ ਕਰੇ? ਮੇਰਾ ਆਲਾ ਕੰਮ ਤੋਂ ਮੁਤਾਲਬਾ ਹੈ ਜਿਹੜੇ ਬਿੱਲਾਂ ਦੇ ਟੈਕਸ ਲਗਾਏ ਗਏ ਨੇ ਇਹਨਾਂ ਨੂੰ ਵਾਪਸ ਲਿਆ ਜਾਏ, ਵਰਨਾ ਅਸੀਂ ਬਿੱਲਾਂ ਨੂੰ ਪਾੜ ਦਿੰਦੇ ਆ, ਸਾੜ ਦਿੰਦੇ ਆ। ਅਸੀਂ ਇਹ ਨਜਾਇਜ਼ ਬਿੱਲਾਂ ਨੂੰ ਅਸੀਂ एहतजाज करने और आला काम अगे अपील करने ना बिलों के टैक्सा वापस लिता जाए, वरना इंजी बिल अग ला दी जाए, साड़ दिता जाएगा। ये तुसी काम की करते हो? मजदूरी करने सर जी। कितना बिल आया सर जी? 15,000 रुपया। 15,000 बिल आया तो महीने का कितना कमाते हो? सर जी यही 20-25,000 रुपया। ਤੇ ਉਹਦੇ ਨਾਲ ਹੁਣ ਤੁਹਾਡਾ ਘਰ ਦਾ ਸਿਸਟਮ ਚੱਲਦਾ ਪਿਆ ਕਿ ਨਹੀਂ? ਸਰ ਜੀ ਗੁਜ਼ਾਰਾ ਤੇ ਅੱਗੇ ਮੁਸ਼ਕਲ ਹੈ, ਤੂੰ ਤਾਂ 15,000 ਬਿੱਲ ਨਾਮੁਮਕਿਨ ਹੈ ਸਰ ਜੀ। ਅੱਛਾ ਜੀ, ਤੁਸੀਂ ਕੀ ਕਹਿੰਦੇ ਹੋ ਜਰਾ? गरीब आदमी जी 15,000 रुपया 20,000 रुपया सैलरी है तो बंदा घर पाले बिल तारे जां बच्चे पाले। कितना बिल आया ਤੁਹਾਨੂੰ? 15,000 रुपया बिल आंदा जी। 15,000 ਬਿੱਲ ਆ ਗਿਆ ਤੇ ਕਮਾਈ ਕਿੰਨੀ ਕਰਦੇ ਹੋ ਮਹੀਨੇ 'ਚ? 20,000 रुपया तनख्वाह जी। 20,000 ਤਨਖਾਹ ਹੈ, 5,000 ਨਾਲ ਗੁਜ਼ਾਰਾ ਹੋ ਜਾਂਦਾ? नहीं जी होंदा गुजारा। ਅਸੀਂ ਕਹਿੰਦੇ ਆ ਵਜ਼ੀਰ ਆਜ਼ਮ ਹੋਰ ਕੋਈ ਆਣਾ ਚਾਹੀਦਾ ਹੈ। ਵਜ਼ੀਰ ਆਜ਼ਮ ਹੋਰ ਕੋਈ ਆਣਾ ਚਾਹੀਦਾ। ਅੱਛਾ ਜੀ, ਤੁਸੀਂ ਆਏ ਹੋ, ਤੁਹਾਡਾ ਕਿੰਨਾ ਬਿੱਲ ਆਇਆ? बिल जी 15,000 ਤੇ ਕੁਝ ਰੁਪਏ। ਤੁਹਾਡਾ ਵੀ 15,000 ਤੇ ਕੁਝ ਰੁਪਈਆ ਆ ਗਿਆ ਤੇ ਕੀ ਕੰਮ ਕਰਦੇ ਹੋ? ਮਜ਼ਦੂਰ ਆਦਮੀਆਂ ਜੀ, ਕਦੀ ਦਿਹਾੜੀ ਲੱਗ ਗਈ ਤੇ ਕਦੀ ਕੋਈ ਨਾ। 15,000 ਬਿੱਲ ਆ ਗਿਆ ਤੇ 12,000 ਰੁਪਇਆ ਮਕਾਨ ਦਾ ਕਿਰਾਇਆ ਸੀ ਤਾਂ ਮਰ ਗਏ। 12,000 ਕਿਰਾਇਆ ਤੇ ਬੱਚੇ ਕਿੰਨੇ ਜੇ? ਬੱਚੇ ਜੀ ਛੋਟੇ ਛੋਟੇ ਨੇ, ਚਾਰ ਬੱਚੇ ਨੇ। 4 ਬੱਚੇ ਨੇ ਤੇ ਹੁਣ ਫਿਰ ਤੁਹਾਨੂੰ 15,000 ਇਹ ਬਿੱਲ ਆ ਗਿਆ ਤੇ ਤੁਹਾਡੇ ਘਰ ਦਾ ਸਿਸਟਮ ਕਿਵੇਂ ਚੱਲੇਗਾ? ਅਸੀਂ ਤੇ ਮਰ ਜਾਾਂਗੇ ਜੀ, ਦਿੱਤੇ ਨਹੀਂ ਜਾਣਾ ਜੀ। ਤੇ ਬਿੱਲ ਨਾ ਦਿੱਤਾ ਗਿਆ ਤੇ ਫਿਰ ਉਹ ਮੀਟਰ ਲਾ ਕੇ ਲੈ ਜਾਣਗੇ? ਲੈ ਜਾਣ ਜੀ, ਸਾਡੇ ਵੱਲੋਂ ਮੇਰਾ ਮਤਲਬ ਖੰਭੇ ਵੀ ਲਾ ਕੇ ਲੈ ਜਾਣਾ, ਅਸੀਂ ਅੱਗੇ ਹੀ ਅੱਗੇ ਹਾਂ। ਅੱਛਾ, ਤੁਸੀਂ ਜਾਂਦੇ ਹੋ ਵੀ ਖੰਭੇ ਵੀ ਲਾ ਕੇ ਲੈ ਜਾਣ ਤੇ ਫਿਰ ਸਿਸਟਮ ਚੱਲ ਜਾਏਗਾ? ਉਹ ਜੀ ਅਸੀਂ ਅੱਗੇ ਵੀ ਇੰਝ ਹੀ ਸੁਣਨੇ ਆ, ਮਜ਼ਦੂਰ ਆਦਮੀ ਇਹ ਮਰ ਜਾਾਂਗੇ ਅਸੀਂ ਤੇ ਰੋਟੀ ਤੋਂ ਆਵਾ ਯਾਰ। ਕਿੰਨਾ ਬਿੱਲ ਆਇਆ ਜੀ? ਇਧਰ ਆਓ। ਹਾਂ, ਕਿੰਨਾ ਬਿੱਲ ਆਇਆ? 15,600। 15,600 ਰੁਪਇਆ ਤੁਹਾਨੂੰ ਬਿੱਲ ਆ ਗਿਆ ਤੇ ਕੰਮ ਕੀ ਕਰਦੇ ਹੋ? ਕੰਮ ਵਿਹਲੇ, ਮੈਂ ਬਿਮਾਰ ਰਹਿਣਾ, ਵਾ ਘਰ ਬੱਚੇ ਮੇਰੇ ਛੋਟੇ ਛੋਟੇ ਨੇ। ਬੱਚੇ ਤੁਹਾਡੇ ਛੋਟੇ ਛੋਟੇ ਨੇ ਤੇ ਬਿਮਾਰ ਵੀ ਰਹਿੰਦੇ ਹੋ ਤੇ ਦਵਾਈ ਕਿੱਥੋਂ ਲੈਂਦੇ ਹੋ? ਦਵਾਈ ਹਸਪੀਟਲ ਨੂੰ ਜਾਈਦਾ, ਮਿਓ ਹਸਪਤਾਲ ਨੂੰ। ਹਸਪਤਾਲ ਤੋਂ ਤੁਸੀਂ ਦਵਾਈ ਲੈ ਕੇ ਆਉਂਦੇ ਹੋ ਤੇ 15,000 ਰੁਪਇਆ ਬਿੱਲ ਆ ਗਿਆ ਤੇ ਜੇ ਤੁਹਾਡੇ ਕੋਲ ਬਿੱਲ ਨਾ ਦਿੱਤਾ ਗਿਆ ਫਿਰ ਕੀ ਹੋਏਗਾ? ਮੀਟਰ ਕੱਢ ਕੇ ਲੈ ਜਾਣਗੇ, ਹੋਰ ਕੀ ਕਰਾਂਗੇ ਫਿਰ? ਮੀਟਰ ਕੱਢ ਕੇ ਲੈ ਜਾਣਗੇ ਤੇ ਘਰ ਦਾ ਸਿਸਟਮ ਕਿਵੇਂ ਚੱਲੇਗਾ? ਕੋਈ ਨਾ ਅੱਲਾ ਮਾਲਕ। ਫਿਰ ਤੇ ਹੁਣ ਤੁਸੀਂ ਫਿਰ ਕੀ ਕਹਿਣਾ ਚਾਹੁੰਦੇ ਹੋ? ਸਾਨੂੰ ਇੰਨੇ ਬਿੱਲ ਕਾਹਦੇ? ਤੁਹਾਡੇ ਵਿੱਤੀ ਖਰਚਾ ਵੀ ਇੰਨਾ ਨਹੀਂ ਹੈ ਸਾਡਾ। ਕੀ ਕਹਿਣਾ ਚਾਹੁੰਦੇ? ਤੁਹਾਡਾ ਕਿੰਨਾ ਬਿੱਲ ਆਇਆ? ਬਿੱਲ ਇੰਨਾ ਹੁੰਦਾ ਕੀ ਕਰੀਏ ਯਾਰ। ਕਿੰਨਾ ਬਿੱਲ ਆਇਆ? 5,000 ਰੁਪਇਆ? ਨਹੀਂ, 33,529। 33,500 ਰੁਪਏ ਤੁਹਾਡਾ ਬਿੱਲ ਆ ਗਿਆ। ਕੰਮ ਕੀ ਕਰਦੇ ਹੋ? ਕੰਮ ਮਿਹਨਤ ਮਜ਼ਦੂਰੀ ਹੈ। ਮਿਹਨਤ ਮਜ਼ਦੂਰੀ ਕਰਦੇ ਹੋ ਤੇ ਬੱਚੇ ਕਿੰਨੇ ਤੁਹਾਡੇ? 5 ਬੱਚੇ ਨੇ ਤੇ ਘਰ ਦਾ ਸਿਸਟਮ ਫਿਰ ਚੱਲ ਜਾਏਗਾ ਉਹ 35,000 ਰੁਪਏ ਬਿੱਲ ਦੇ ਕੇ? ਬੜੀ ਮੁਸ਼ਕਲ ਨਾਲ। ਤੁਸੀਂ ਬਿੱਲਾਂ ਨੂੰ ਪਾੜ ਕੇ ਤੇ ਸੁੱਟ ਰਹੇ ਹੋ ਤੇ ਅੱਗ ਵੀ ਲਾ ਰਹੇ ਹੋ। ਜੀ ਭਾਈਜਾਨ, ਤੁਸੀਂ ਆਵੋ, ਤੁਹਾਡਾ ਕਿੰਨਾ ਬਿੱਲ ਆਇਆ? ਤੁਸੀਂ ਦੱਸੋ ਜ਼ਰਾ, ਕਿੰਨਾ ਬਿੱਲ ਆਇਆ ਤੁਹਾਡਾ? ਸਰ 9,330। 9,330। ਤੁਸੀਂ ਹੱਥ ਹੌਲੇ ਰਹਿ ਗਿਆ ਤੁਹਾਡੇ ਤੇ। ਇਹ ਕੀ ਕੰਮ ਕਰਦੇ ਹੋ? ਮੈਂ ਡਿਸਪੈਂਸਰ ਹਾਂ ਸਹੀ, ਇੱਕ ਪ੍ਰਾਈਵੇਟ ਹਸਪੀਟਲ ਦੇ ਜੌਬ ਕਰ ਰਿਹਾ। ਤੇ ਕਿੰਨੀ ਤਨਖਾਹ ਤੁਹਾਡੀ? ਤਨਖਾਹ ਮੇਰੀ 16,000 ਹੈ।
16000 ਰੁਪਏ ਤੁਹਾਡੀ ਤਨਖਾਹ ਹੈ ਤੇ 9-10 ਹਜ਼ਾਰ ਰੁਪਏ ਤੁਹਾਨੂੰ ਬਿੱਲ ਆ ਗਿਆ 9-10 ਤੇ ਅੱਗੋਂ ਘਰ ਦਾ ਸਿਸਟਮ ਫਿਰ ਕਿਵੇਂ ਚੱਲੇਗਾ? ਸਰ ਵੇਖ ਲਓ ਤੁਹਾਡੇ ਸਾਹਮਣੇ ਹੀ ਅਸੀਂ ਕੀ ਕਰ ਸਕਦੇ ਹਾਂ। ਸਿਰਫ ਇਹ ਬਹੁਤ ਜ਼ਿਆਦਾ ਮਜਬੂਰੀ ਹੈ, ਬਹੁਤ ਜ਼ਿਆਦਾ ਮਜਬੂਰ। ਪਹਿਲੇ ਟੈਕਸ ਥੋੜਾ ਬਹੁਤ ਟੈਕਸ ਸੀ, ਬਰਦਾਸ਼ਤ ਕਰਦੇ ਰਹੇ ਹਾਂ, ਲੇਕਿਨ ਹੁਣ ਸਾਡੀ ਬਰਦਾਸ਼ਤ ਤੋਂ ਬਾਹਰ ਹੋ ਗਿਆ। ਇਸ ਵਾਸਤੇ ਅਸੀਂ ਇਹਤਜਾਜ ਕਰ ਰਹੇ ਹਾਂ। ਅਸੀਂ ਇਹ ਰਿਕੁਐਸਟ ਕਰ ਰਹੇ ਹਾਂ ਕਿ ਮਿਹਰਬਾਨੀ ਉਹਨਾਂ ਦੀ ਟੈਕਸ ਜਿਹੜੇ ਨੇ ਘਟਾਏ ਜਾਣ। ਇਹ 9330 ਰੁਪਏ ਅਗਰ ਮੈਂ ਬਿੱਲ ਤਾਰਦੇ ਹਾਂ, 16000 ਚੋਂ 9000 ਰੁਪਏ ਨਿਕਲ ਗਿਆ। ਸਰ ਪਿੱਛੇ ਕੀ ਮੇਰੇ ਕੋਲ ਕੀ ਘਰ ਦਾ ਖਰਚਾ ਕਿਸ ਤਰ੍ਹਾਂ ਚਲਾਵਾਂਗੇ? ਛੋਟੇ ਮੋਟੇ ਦਵਾਈਆਂ ਦੇ ਵੀ ਖਰਚੇ ਹੁੰਦੇ ਰਹਿੰਦੇ ਨੇ। ਕੋਈ ਬਿਮਾਰ ਹੋ ਗਿਆ, ਕੋਈ ਮਹਿਮਾਨ ਆ ਗਿਆ, ਛੋਟਾ 5000 बिल ना कोई ऐसे ना कोई कूलर पखा चलता। जुल्म हो रहा पाकिस्तान में। इन्हें क्यों वोट नहीं देते किसी बंदे को? ਕਿਹਨੂੰ ਵੋਟ ਦੇਣਾ ਚਾਹੀਦਾ? किसी को वोट नहीं देना। इंशाल्लाह इमरान खान जिंदाबाद, इमरान खान जिंदाबाद होगा। इमरान खान सही है, इमरान खान सही है। वोट नहीं पूरी होंगी। सर ये इनकी हुकूमत बड़ी है, ये बिल बड़े हैं, हम नहीं पे करेंगे, हम नहीं पे करेंगे। इधर ਸਰ ਜੀ ਬਿੱਲ ਜਿਹੜਾ ਨਾ ਜੀ ਇਹੀ ਤੇ ਇਹਨਾਂ ਦੀ ਚੋਰ ਬਾਜ਼ਾਰੀ ਹੈ ਕਿ ਜਿਹੜਾ ਮੀਟਰ ਰੀਡਰ ਆਉਂਦਾ ਨਾ ਜੀ, ਜਿਸ ਤਰੀਕ ਤੇ ਉਹਨੂੰ ਆਉਣਾ ਚਾਹੀਦਾ ਉਸ ਤਾਰੀਖ ਤੇ ਨਹੀਂ ਆਂਦਾ, ਉਹ ਲੇਟ ਆਉਂਦਾ ਤਾਂ ਕਿ ਜਿਹੜਾ ਬਿੱਲ 1 ਮਹੀਨੇ ਦਾ ਆਉਣਾ ਉਹ 1.5 ਮਹੀਨੇ ਦਾ ਬਿੱਲ ਆਵੇ ਤੇ ਆਵਾਮ ਬੜੀ ਪਰੇਸ਼ਾਨ ਆ। ਤੇ ਜਿੰਨੇ ਵੀ ਇੱਥੇ ਮਜ਼ਦੂਰੀ ਵਾਲੇ ਲੋਕ ਨੇ, ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲਦੇ ਨੇ, ਲੇਕਿਨ ਜਿਹੜੀ ਹਕੂਮਤ ਹੈ ਔਰ ਜਿਹੜੇ ਨੁਮਾਇੰਦੇ ਬੈਠੇ ਨੇ ਇਹਨਾਂ ਨੂੰ ਕਿਸੇ ਕਿਸਮ ਦਾ ਕੋਈ ਖਿਆਲ ਨਹੀਂ। ਅਗਰ ਅਸੀਂ ਦੁਨੀਆ ਦੀ ਮਿਸਾਲ ਲਈਏ ਤੇ ਯੂਰਪ ਐਸੇ ਮੁਲਕ ਹੈ, ਐਸੇ ਕੰਟਰੀ ਨੇ ਕਿ ਜਿੱਥੇ ਜਿਹੜੇ ਅਮੀਰ ਆਦਮੀ ਨੇ ਉਹਨਾਂ ਦੇ ਟੈਕਸ ਨਾਲ ਗਰੀਬ ਪਾਲਦੇ ਨੇ, ਲੇਕਿਨ ਇੱਥੇ ਗਰੀਬਾਂ ਦੇ ਟੈਕਸ ਨਾਲ ਅਮੀਰ ਪਾਲਦੇ ਪਏ ਨੇ। ਹੁਣ ਇਹ ਜਿਹੜੇ ਬਿੱਲ ਆ ਗਏ ਨੇ ਤੁਸੀਂ ਜਲਾ ਰਹੇ ਹੋ, ਫਾੜ ਰਹੇ ਹੋ, ਇਹ ਫਿਰ ਬਾਅਦ ਚ ਕੀ ਬਣੇਗਾ ਇਹਨਾਂ ਦਾ? ਬਿਲਕੁਲ ਜੀ, ਗੱਲ ਇਹ ਹੈ ਕਿ ਜੀ ਕਹਿੰਦੇ ਨੇ ਕਿ ਜਦੋਂ ਅੱਗ ਲੱਗੀ ਹੋਵੇ ਤੇ ਮਸ਼ਕਾਂ ਦਾ ਭਾਅ ਨਹੀਂ ਪੁੱਛੀਦਾ। ਤੇ ਹੁਣ ਜੋ ਵੀ ਹੋਏਗਾ ਵੇਖੀ ਜਾਏਗੀ। ਆਵਾਮ ਹੁਣ ਬਿੱਲ ਤੇ ਦੇ ਨਹੀਂ ਸਕਦੀ ਤੇ ਅਸੀਂ ਇhtਜਾਜ ਇਸ ਲਈ ਕਰ ਰਹੇ ਹਾਂ ਕਿ ਤਾਂ ਕਿ ਜਿਹੜੇ ਅਵਾਨੇ ਇਕਤਦਾਰ 'ਚ ਲੋਕ ਬੈਠੇ ਨੇ ਉਹਨਾਂ ਤੱਕ ਸਾਡੀ ਆਵਾਜ਼ ਜਾਵੇ ਔਰ ਉਹ ਸਾਡੇ ਹਾਲ ਤੇ ਜਿਹੜਾ ਨਾ ਜੀ ਕੋਈ ਰਹਿਮ ਕਰਨ। ਇਹ ਆਵਾਮ ਇੰਨੀ ਦੁਖੀ ਹੋ ਚੁੱਕੀ ਹੈ ਕਿ ਉਹ ਕਹਿੰਦੇ ਨੇ ਅਸੀਂ ਪਰਚਾ ਝੱਲ ਲਵਾਂਗੇ ਲੇਕਿਨ ਬਿੱਲ ਅਦਾ ਨਹੀਂ ਕਰਾਂਗੇ। ਜੀ ਬਾਬਾ